ਤੁਹਾਡੇ ਦਿਲ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੁਹਾਡੇ ਲਈ ਤੁਹਾਡਾ ਆਪਣਾ ਕਲੇਰ ਅੰਮ੍ਰਿਤ ਚੈਨਲ। ਮੈਂ ਅੰਮ੍ਰਿਤਪਾਲ ਕਲੇਰ ਸਵਾਗਤ ਕਰਦੀ ਹਾਂ ਦੋਸਤੋ ਤੁਹਾਡਾ ਲੋਕ ਪੈੜਾਂ ਦੇ ਵਿੱਚ। ਲੋਕ ਪੈੜਾਂ ਦਾ ਅੱਜ ਦੂਸਰਾ ਪਾਤਰ ਬੀਰੋਦਾਈ ਲੈ ਕੇ ਮੈਂ ਤੁਹਾਡੇ ਰੂਬਰੂ ਹਾਜ਼ਰ ਹਾਂ। ਦੋਸਤੋ ਇਸ ਬੀਰੋਦਾਈ ਪਾਤਰ ਦੇ ਉੱਤੇ ਪੰਜਾਬੀ ਫਿਲਮਾਂ ਦੇ ਨਿਰਮਾਤਾ ਅਤੇ ਨਿਰਦੇਸ਼ਕ ਬੀ.ਕੇ. ਸਾਗਰ ਨੇ ਮਿੱਟੀ ਦੀ ਖੁਸ਼ਬੂ ਫਿਲਮ ਵੀ ਬਣਾਈ ਹੈ। ਅਤੇ ਚਲੋ ਆਪਾਂ ਚੱਲਦੇ ਹਾਂ ਭੂਰਾ ਸਿੰਘ ਕਲੇਰ ਦੁਆਰਾ ਲਿਖਤ ਇਸ ਲੋਕ ਪੈੜਾਂ ਕਿਤਾਬ ਦਾ ਦੂਸਰਾ ਪਾਤਰ ਬੀਰੋਦਾਈ। ਸੁੰਨਾ ਘਰ ਭਾਂ ਭਾਂ ਕਰ ਰਿਹਾ ਹੁੰਦਾ। ਬੀਰੋ ਪਿੰਡ ਵਿੱਚ ਨਵ ਜਨਮੇ ਬੱਚਿਆਂ ਨੂੰ ਸਾਂਭਣ ਗਈ ਹੁੰਦੀ। ਉਸ ਦੇ ਘਰ ਵਾਲਾ 2 ਗਾਵਾਂ ਅਤੇ 4-5 ਬੱਕਰੀਆਂ ਚਾਰਨ ਗਿਆ ਹੁੰਦਾ। ਜੇਕਰ ਉਸ ਦੇ ਘਰ ਕੋਈ ਭੁੱਲਿਆ ਭਟਕਿਆ ਮਹਿਮਾਨ ਆ ਵੜਦਾ ਤਾਂ ਸ਼ਾਮ ਤੱਕ ਉਸ ਨੂੰ ਉਡੀਕਦਾ ਰਹਿੰਦਾ। ਜੇ ਗੁਆਂਢੀਆਂ ਦੇ ਬੱਚੇ ਘਰ ਹੁੰਦੇ ਤਾਂ ਉਸ ਨੂੰ ਪਿੰਡ ਵਿੱਚੋਂ ਭਾਲ ਲਿਆਉਂਦੇ, ਨਹੀਂ ਤਾਂ ਅਗਲਾ ਰਾਤ ਤੱਕ ਭੁੱਖਾ ਤਿਹਾਇਆ ਬੈਠਾ ਰਹਿੰਦਾ ਜਦ ਤੱਕ ਉਹ ਨਾ ਆਉਂਦੀ। ਘਰ ਵੀ ਉਸ ਵਿਚਾਰੀ ਦਾ ਕੱਚਾ ਹੀ ਸੀ, ਇੱਕ ਸਵਾਤ ਅੱਗੇ ਕੱਚਾ ਹੀ ਛਤੜਾ। ਉਸ ਦੇ ਘਰ ਨਾਲ ਇੱਕ ਵੱਡਾ ਸਾਰਾ ਝੁੰਬਾ ਪਾਇਆ ਹੋਇਆ ਸੀ ਜਿਸ ਵਿੱਚ ਉਸ ਦੇ ਪਸ਼ੂ ਬੰਨੇ ਹੁੰਦੇ। ਉੱਥੇ ਹੀ ਉਸ ਦੇ ਘਰ ਵਾਲਾ ਪਸ਼ੂਆਂ ਦੀ ਰਾਖੀ ਪਿਆ ਰਹਿੰਦਾ। ਬੀਰੋਦਾਈ ਜਿਸ ਦਿਨ ਤੋਂ ਦਾਈ ਦਾ ਕੰਮ ਕਰਨ ਲੱਗੀ ਸੀ ਕਦੇ ਵੀ ਗਰਾਂ ਨਹੀਂ ਗਈ ਸੀ। ਜੇ ਕੋਈ ਅੰਗਸਕੀਰੀ 'ਚ ਵਿਆਹ ਸ਼ਾਦੀ ਜਾਂ ਗਮੀ ਆਦਿ ਹੁੰਦੀ ਤਾਂ ਉਹ ਇੱਕ ਦਿਨ ਵਿੱਚ ਹੀ ਮੁੜ ਆਉਂਦੀ, ਕਿਉਂਕਿ ਪਿੰਡ ਵਿੱਚ ਉਹ ਬੱਚੇ ਜੱਚੇ ਦਾ ਕਦੇ ਵਿਸਾਹ ਨਹੀਂ ਕਰਦੀ ਸੀ। ਉਸ ਪਾਸੋਂ ਕਦੇ ਕੋਈ ਕੇਸ ਖਰਾਬ ਨਹੀਂ ਹੋਇਆ ਸੀ। ਉਹ ਬੁੜੀਆਂ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਜਾਣਦੀ ਸੀ। ਉਹ ਨਵ ਜਨਮੇ ਬੱਚੇ ਅਤੇ ਉਸ ਦੀ ਮਾਂ ਦਾ ਬੜਾ ਹੀ ਖਿਆਲ ਰੱਖਦੀ। ਜਦ ਕਿਸੇ ਦੇ ਘਰ ਮੁੰਡਾ ਜਨਮ ਲੈਂਦਾ ਤਾਂ ਉਹ ਬਹੁਤ ਖੁਸ਼ ਹੁੰਦੀ, ਫੁੱਲੀ ਨਾ ਸਮਾਉਂਦੀ, ਹੱਸ ਦੂਰੀ ਤੀਰੀ ਹੋ ਜਾਂਦੀ। ਘਰ ਵਾਲੇ ਜੋ ਤਿਲ ਫੁੱਲ ਦਿੰਦੇ ਕਬੂਲ ਕਰ ਲੈਂਦੀ। ਨਿਰਾਸ਼ ਤਾਂ ਉਹ ਕਿਸੇ ਕੁੜੀ ਦੇ ਹੋਈ ਤੋਂ ਵੀ ਨਹੀਂ ਸੀ ਹੋਈ, ਪਰ ਮੁੰਡਾ ਹੋਏ ਤੋਂ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ, ਜਿਵੇਂ ਉਸ ਨੂੰ ਕੌਰੂ ਦਾ ਖਜ਼ਾਨਾ ਮਿਲ ਗਿਆ ਹੁੰਦਾ ਹੈ। ਬੀਰੋਦਾਈ ਕਿਉਂ ਖੁਸ਼ ਹੁੰਦੀ? ਕਿਉਂ ਉਹ ਹਰ ਬੱਚੇ ਜੱਚੇ ਦਾ ਇੰਨਾ ਖਿਆਲ ਰੱਖਦੀ? ਇਸ ਦਾ ਕਾਰਨ ਸੀ ਕਿ ਉਸ ਦੇ ਆਪਣੇ ਕੋਈ ਬੱਚਾ ਨਹੀਂ ਸੀ। ਕੋਈ ਵੀ ਮੁੰਡਾ ਜਾਂ ਕੁੜੀ ਉਸ ਦੇ ਘਰ ਨਹੀਂ ਸੀ। ਉਸ ਦੇ ਪੇਕਿਆਂ ਨੇ ਕਈ ਵਾਰ ਉਸ ਨੂੰ ਆਪਣੇ ਪਿੰਡ ਲਿਜਾ ਕੇ ਰਹਿੰਦੀ ਜ਼ਿੰਦਗੀ ਦੇ ਦਿਨ ਕੱਟਣ ਲਈ ਆਖਿਆ ਸੀ, ਪਰ ਉਹ ਹਰ ਵਾਰ ਉਹਨਾਂ ਨੂੰ ਇਹ ਆਖ ਕੇ ਟਾਲ ਦਿੰਦੀ ਕਿ ਮੈਂ ਪਿੰਡ ਦੀਆਂ ਨੂੰਹਾਂ ਧੀਆਂ ਅਤੇ ਸੋਹਣੇ ਮੂਰਤਾਂ ਵਰਗੇ ਜਵਾਕਾਂ ਨੂੰ ਬਿਮਾਰ ਹੋਣ ਲਈ ਛੱਡ ਦੇਵਾਂ। ਮੈਨੂੰ ਤਾਂ ਪਿੰਡ ਦੇ ਸਿਆਣੇ ਲੋਕ ਬੰਬਰ ਸਰਪੰਚ ਆਖਦੇ ਨੇ ਕਿ ਬੀਰੋ, ਜੇ ਤੂੰ ਪੇਕੀ ਜਾਣਾ ਹੈ ਤਾਂ ਜਿਨ੍ਹਾਂ ਨੂੰਹਾਂ ਧੀਆਂ ਨੂੰ ਬਾਲ ਬੱਚੇ ਹੋਣੇ ਨੇ ਉਹਨਾਂ ਨੂੰ ਜ਼ਹਿਰ ਦੀ ਇੱਕ ਪੁੜੀ ਦੇ ਜਾ। ਫਿਰ ਬੀਰੋਦਾਈ ਤੋਬਾ ਆਖ ਉੱਠਦੀ, ਆਖਦੀ ਕਿ ਮੈਥੋਂ ਨਹੀਂ ਇਹ ਕਹਿਰ ਹੋਣਾ। ਜੇ ਕਿਸੇ ਦੀ ਨੂੰਹ ਧੀ ਨੂੰ ਹੀਮ ਕੀਮ ਹੋ ਗਈ ਮੈਥੋਂ ਨਹੀਂ ਝੱਲੀ ਜਾਣੀ। ਪਿੰਡ ਵਿੱਚ ਵੱਡੇ ਹਸਪਤਾਲੋਂ ਵੀ ਕਈ ਵਾਰ ਟ੍ਰੇਨਡ ਦਾਂਗਾਂ ਗੇੜਾ ਮਾਰਦੀਆਂ, ਪਰ ਬੀਰੋ ਨੂੰ ਇਸ ਕੰਮ ਨਾਲ ਖਾਸ ਲਗਨ ਸੀ। ਉਹ ਨਾ ਅੱਕਦੀ ਸੀ ਨਾ ਥੱਕਦੀ ਸੀ, ਬਸ ਸਾਰਾ ਦਿਨ ਪਿੰਡ ਵਿੱਚ ਤੁਰੀ ਫਿਰਦੀ। ਉਹ 80 ਸਾਲ ਦੇ ਨੇੜੇ ਤੇੜੇ ਉਮਰ ਵਿੱਚ ਸੀ, ਪਰ ਅਜੇ ਬਿਲਕੁਲ ਤੰਦਰੁਸਤ ਘੋੜੇ ਵਰਗੀ ਸੀ। ਸੋਟੀ ਹੱਥ ਵਿੱਚ ਫੜੀ ਰੇਵੀਆ ਚਾਲ ਤੁਰੀ ਜਾਂਦੀ। ਰਾਤ ਨੂੰ ਜਦ ਵੀ ਕੋਈ ਪਿੰਡ ਵਿੱਚੋਂ ਉਸ ਨੂੰ ਸੱਦਣ ਆਉਂਦਾ ਉਹ ਝੱਟ ਉੱਠ ਕੇ ਉਸ ਨਾਲ ਤੁਰ ਪੈਂਦੀ, ਕਦੇ ਦੇਰ ਨਾ ਲਾਉਂਦੀ। ਬੀਰੋਦਾਈ ਬਾਰੇ ਪਿੰਡ ਵਾਲੇ ਤਾਂ ਜਾਣਦੇ ਹੀ ਸਨ, ਪਰ ਜਦ ਕੋਈ ਨਵਾਂ ਰਿਸ਼ਤੇਦਾਰ ਉਸ ਬਾਰੇ ਉਸ ਤੋਂ ਉਸ ਦੀ ਬੀਤੀ ਜ਼ਿੰਦਗੀ ਨੂੰ ਜਾਣਨਾ ਚਾਹੁੰਦਾ ਤਾਂ ਉਹ ਬੜੇ ਵੈਰਾਗਮਈ ਤਰੀਕੇ ਨਾਲ ਆਪਣੀ ਜੀਵਨ ਕਥਾ ਇੰਝ ਸੁਣਾਉਂਦੀ।
ਮੈਂ ਭਾਈ ਆਪਦੇ ਮਾਂ ਪਿਓ ਦੇ ਕੱਲੀ ਕੁੜੀ ਸੀ। ਜਵਾਨੀ ਵਿੱਚ ਮੈਂ ਆਪਣੇ ਹਾਣ ਦੀਆਂ ਕੁੜੀਆਂ ਵਿੱਚੋਂ ਸਭ ਤੋਂ ਨਰੋਈ ਤੇ ਸਭ ਤੋਂ ਸੋਹਣੀ ਸੀ। ਮੈਂ ਆਪਦੇ ਪਿਓ ਨਾਲ ਹਾੜੀ ਵਢਾਉਂਦੀ, ਸਾਉਣੀ ਦੀ ਫਸਲ ਵੇਲੇ ਛੱਲੀਆਂ ਬਾਜਰੇ ਤੁੜਵਾਉਂਦੀ, ਮਾਲ ਪਸ਼ੂਆਂ ਲਈ ਚਰੀ ਦੀਆਂ ਭਰੀਆਂ ਢੋਂਦੀ। ਮੇਰੇ ਵਰਗੀ ਤਕੜੀ ਕਿਹੜੀ ਸੀ। ਮੇਰੇ ਚਾਚੇ ਤਾਇਆਂ ਨੇ ਪਸ਼ੂਆਂ ਦੇ ਵਾੜੇ ਵਿੱਚ ਇੱਕ ਮੁਗਦਰ ਰੱਖਿਆ ਹੋਇਆ ਸੀ। ਉਹ ਭਾਈ ਕੋਈ 1.5-2 ਮਣ ਦੇ ਨੇੜੇ ਤੇੜੇ ਸੀ। ਦਿਨੇ ਉਹ ਸਾਰੇ ਗੱਭਰੂ ਇਕੱਠੇ ਹੋ ਕੇ ਉਸ ਦੇ ਬਾਲੇ ਕੱਢਿਆ ਕਰਨ। ਮੈਂ ਵੀ ਘਰ ਦੀ ਛੱਤ ਉੱਤੇ ਖੜ ਕੇ ਉਹਨਾਂ ਨੂੰ ਕਈ ਵਾਰ ਵੇਖਿਆ ਸੀ। ਲੈ ਭਾਈ, ਅਸੀਂ ਨੇਰੇ ਹੋਏ 3-4 ਕੁੜੀਆਂ ਰੂੜੀਆਂ 'ਚ ਬਾਹਰ ਜਾਣ ਦੇ ਬਹਾਨੇ ਗੰਗਾ ਉਸ ਮੁਗਦਰ ਵਾਲੇ ਵਾੜੇ ਵਿੱਚ ਚਲੀਆਂ ਗਈਆਂ। 2 ਕੁੜੀਆਂ ਤੋਂ ਵੀ ਨਾ ਚੁੱਕਿਆ ਗਿਆ। ਸਹੁੰ ਭਰਾ ਦੀ ਝੂਠ ਨਹੀਂ ਬੋਲਦੀ। ਮੈਂ ਪਹਿਲੇ ਹੱਲੇ ਚੱਕ ਕੇ ਉਸ ਦਾ ਬਾਲਾ ਕੱਢਤਾ। ਕੁੜੀਆਂ ਨੇ ਇਹ ਗੱਲ ਮੇਰੀ ਮਾਂ ਨੂੰ ਦੱਸਤੀ। ਉਹਨੇ ਮੈਨੂੰ ਬਾਹਲੀਆਂ ਗਾਲਾਂ ਕੱਢੀਆਂ। ਅੱਗੇ ਤੋਂ ਇਹੋ ਜਿਹੇ ਕੰਮ ਕਰਨ ਤੋਂ ਵੀ ਝਿੜਕ ਦਿੱਤਾ। ਫਿਰ ਭਾਈ ਮੇਰਾ ਵਿਆਹ ਕਰਤਾ ਇੱਥੇ। ਤੇਰਾ ਬਾਬਾ ਵੀ ਬੜਾ ਲੰਮਾ ਝੰਮਾ ਸੀ। ਲੈ ਭਾਈ, ਕਈ ਸਾਲ ਕੋਈ ਬਾਲ ਬੱਚਾ ਨਾ ਹੋਇਆ ਸਾਡੇ ਘਰ। ਬਥੇਰੇ ਸਾਧਾਂ ਦੇ ਡੇਰੇ ਗਏ, ਤਵੀਤ ਕਰਾਏ, ਟੂਣੇ ਟਾਮਣ ਕੀਤੇ, ਦਵਾਈਆਂ ਬੂਟੀਆਂ ਲਈਆਂ। ਇੱਕ ਵਾਰ ਤਾਂ ਕਿਸੇ ਸਾਧ ਦੇ ਕਹੇ ਤੋਂ ਮੈਂ ਤੇ ਤੇਰਾ ਬਾਬਾ ਅੱਧੀ ਰਾਤ ਨੂੰ ਝਿੜੀ ਵਾਲੇ ਖੂਹ 'ਤੇ ਗਏ। ਤੇਰੇ ਬਾਬੇ ਨੇ ਲੱਜ ਨਾਲ ਟੋਕਰਾ ਬੰਨ੍ਹ ਕੇ ਵਿੱਚ ਚੁੱਲ੍ਹਾ ਤੇ ਲੱਕੜਾਂ ਜਾਣੀ ਸਾਰਾ ਸਮਾਨ ਰੱਖ ਕੇ ਟੋਕਰੇ 'ਚ ਮੈਨੂੰ ਵਹਾ ਕੇ ਖੂਹ ਵਿੱਚ ਲਮਕਾ ਦਿੱਤਾ। ਮੈਂ ਖੂਹ ਵਿੱਚ 7 ਰੋਟੀਆਂ ਪਕਾਈਆਂ। ਫਿਰ ਵੀ ਨਾ ਕੋਈ ਆਸ ਪੱਲੇ ਪਈ। ਚੱਲ ਭਾਈ, ਤੇਰਾ ਬਾਬਾ ਇਹੋ ਜਿਹਾ ਬਿਮਾਰ ਹੋਇਆ ਕਿ ਰਾਮ ਹੀ ਨਾ ਆਇਆ। ਬੜੀਆਂ ਦਵਾਈਆਂ ਬੂਟੀਆਂ ਕੀਤੀਆਂ, ਪਰ ਉਸ ਵਿਚਾਰੇ ਦਾ ਮਰ ਕੇ ਹੀ ਖੜਾ ਛੁੱਟਿਆ। ਉਸ ਤੋਂ ਛੋਟਾ ਸੀ ਗੱਜਣ ਮਾਰਾ, ਉਹ ਜੇ ਛੜਾ ਸੀ। ਲੈ ਭਾਈ, ਮੇਰੇ ਪੇਕੇ ਉਸ ਨੂੰ ਪੱਗ ਦੇ ਗਏ। ਅਸੀਂ ਕਈ ਸਾਲ ਇਕੱਠੇ ਜ਼ਿੰਦਗੀ ਬਤੀਤ ਕੀਤੀ, ਪਰ ਵੇਲ ਤੂੰਬੜੀ ਫਿਰ ਵੀ ਨਾ ਲੱਗੀ। ਉਸ ਗੱਜਣ ਢਹਿ ਜਾਣੇ ਨੇ ਲਾਹੌਰ ਜਾ ਨੌਕਰੀ ਕੀਤੀ। ਆਖੇ ਚਾਂਦੀ ਦੇ ਬਾਹਲੇ ਰੁਪਈਏ ਕਮਾ ਕੇ ਲਿਆਉਂ। ਚੱਲ ਭਾਈ, ਇੰਨੇ ਨੂੰ ਹੱਲਾ ਗੁੱਲਾ ਪੈ ਗਿਆ। ਆਹੀ 1947। ਬਸ ਪੁੱਤਾ, ਪਤਾ ਨਹੀਂ ਤਾਂ ਉਹ ਟੁੱਟ ਪੈਣਾ ਉੱਧਰੇ ਮਾਰਿਆ ਗਿਆ। ਪਤਾ ਨਹੀਂ ਕੀ ਹੋਇਆ, ਬਸ ਮੁੜ ਕੇ ਹੀ ਨਾ ਆਇਆ। ਕਈ ਸਾਲ ਮੈਂ ਉਸ ਨੂੰ ਉਡੀਕਿਆ। ਜਦੋਂ ਉਸ ਦੀ ਜਮਾਂ ਹੀ ਆਸ ਮੁੱਕ ਗਈ ਤਾਂ ਲੋਕਾਂ ਦੇ ਤਾਨੇ ਮਿਹਣਿਆਂ ਤੋਂ ਡਰਦੀ ਨੇ ਆਹ ਨਵਾਂ ਅੱਕ ਚੱਬ ਲਿਆ। ਇਹਨੂੰ ਹਰੀ ਮਾਰੇ ਨੂੰ ਸਿਰ ਧਰ ਲਿਆ। ਬਈ ਚੱਲ, ਕੋਈ ਰੱਬ ਭੁੱਲ ਕੇ ਮਿੱਠੀ ਚੀਜ਼ ਬਖਸ਼ ਦੇਵੇਗਾ ਤਾਂ ਜੱਗ ਤੇ ਨਾਂ ਤਾਂ ਰਹਿ ਜੂ। ਫਿਰ ਭਾਈ ਇਹ ਹਰੀ ਮਾਰਾ ਮੈਨੂੰ ਨਾਲ ਲੈ ਕੇ ਅੰਬਰਸਰ ਕੰਨੀ ਚਲਿਆ ਗਿਆ। ਕੋਈ ਦਰਿਆ 'ਤੇ ਪੁਲ ਬਣਦਾ ਸੀ। ਉੱਥੇ ਦਿਹਾੜੀ ਚੰਗੀ ਸੀ, ਕਮਾਈ ਚੰਗੀ ਸੀ। ਅਸੀਂ ਉੱਥੇ ਰਹਿਣ ਲੱਗ ਪਏ। ਉੱਥੇ ਭਾਈ ਇੱਕ ਬੁੜੀ ਬਹੁਤ ਹੀ ਬਾਹਲੀ ਚੰਗੀ ਸਿਆਣੀ ਦਾਈ ਸੀ, ਜਿਹਦੇ ਪੈਰੋਂ ਮੇਰਾ ਪੈਰ ਭਾਰਾ ਹੋਇਆ। ਸਾਡੇ ਘਰ ਚੰਦ ਵਰਗਾ ਪੁੱਤ ਜਨਮਿਆ। ਮੈਂ ਤਾਂ ਪੁੱਤ ਉਹਦਾ ਨਾਂ ਵੀ ਚੰਦ ਹੀ ਰੱਖਿਆ। ਮੈਂ ਤਾਂ ਭਾਈ ਸਾਰੇ ਦੁੱਖ ਭੁੱਲ ਗਈ। ਬਸ ਉਸੇ ਨੂੰ ਵੇਖ ਵੇਖ ਜਿਉਂਦੀ, ਹੱਸਦੀ, ਖੇਡਦੀ। ਉਹ ਦਾਈ ਵੀ ਵਿਚਾਰੀ ਬਲਾ ਚੰਗੀ ਸੀ। ਲੈ ਭਾਈ ਪੁੱਤਾ, ਰੱਬ ਦੀ ਮਰਜ਼ੀ, ਇੱਕ ਦਿਨ ਮੇਰਾ ਚੰਦ ਬਿਮਾਰ ਹੋ ਗਿਆ। ਉਦੋਂ ਕੋਈ ਹੋਵੇਗਾ 1.25 ਕੁ ਸਾਲ ਦਾ, ਰੁੜਿਆ ਫਿਰਦਾ ਸੀ। ਕਈ ਦਿਨ ਚੰਦ ਨੂੰ ਆਰਾਮ ਨਾ ਆਇਆ। ਮੈਂ ਤੇ ਹਰੀ ਨੇ ਫਿਰ ਸਲਾਹ ਕੀਤੀ ਕਿ ਪਿੰਡ ਨੂੰ ਚੱਲੀਏ। ਬਈ ਘਰੇ ਤਾਂ ਕੋਈ 100 ਵਾਹ ਵੇਲਾ ਹੋ ਜੂ, ਚੰਗੀ ਦਵਾਈ ਬੂਟੀ ਕਰਾਂਗੇ। ਚੱਲ ਭਾਈ, ਮੁੰਡੇ ਨੂੰ ਜਦ ਆਰਾਮ ਆ ਗਿਆ ਫਿਰ ਆ ਜਾਵਾਂਗੇ। ਲੈ ਭਾਈ, ਅਸੀਂ ਤਾਂ ਇੱਕ ਰਾਤ ਸਲਾਹ ਕਰਕੇ ਵੱਡੇ ਤੜਕੇ ਚੰਦ ਨੂੰ ਚੁੱਕ ਕੇ ਤੁਰ ਪਏ। ਕੋਟ ਤੱਕ ਅਸੀਂ ਰੇਲ ਗੱਡੀ 'ਤੇ ਆਏ। ਮੋਟਰਾਂ ਉਦੋਂ ਘੱਟ ਹੀ ਹੁੰਦੀਆਂ ਸੀ।
ਫਿਰ ਉੱਥੋਂ ਤੁਰ ਕੇ ਆਉਣਾ ਸੀ। ਹਾੜ ਦਾ ਮਹੀਨਾ ਸੀ ਭਾਈ। ਤੁਰੇ ਆਉਂਦਿਆਂ ਨੂੰ ਦੁਪਹਿਰਾ ਸਿਖਰ ਹੋ ਗਿਆ। ਮੁੰਡਾ ਤਾਂ ਪੈਰੋਂ ਪੈਰ ਗੁੰਮ ਹੁੰਦਾ ਜਾਵੇ। ਅਸੀਂ ਦੋਵੇਂ ਕਦੇ ਭੱਜ ਲਈਏ, ਕਦੇ ਫਿਰ ਹੌਲੀ ਹੋ ਜਾਈਏ। ਰੇਤੇ ਵਾਲੇ ਰਾਹ ਦੇ ਆਸੇ ਪਾਸੇ ਸਰਾਂ ਦੇ ਵੱਡੇ ਵੱਡੇ ਬੂਟੇ। ਕੀ ਦੱਸਾਂ ਪੁੱਤ, ਮੁੰਡਾ ਤਾਂ ਪੂਰਾ ਹੋ ਗਿਆ। ਹਾਏ ਰੱਬਾ, ਮਾਰੇ ਪੱਟਾਂ ਤੇ ਦੁਹੱਥੜ। ਬਹਿ ਗਏ ਦੋਵੇਂ ਉੱਥੇ ਹੀ ਬੇਰੀ ਦੀ ਛਾਵੇਂ। ਹਰੀ ਨੇ ਦਿਲ ਕਰੜਾ ਕੀਤਾ, ਮੈਨੂੰ ਰੋਣੋਂ ਬੰਦ ਕਰਵਾਵੇ। ਤੁਰੇ ਆਈਏ, ਮੁੰਡਾ ਦੋਵਾਂ ਤੋਂ ਨਾ ਚੁੱਕਿਆ ਜਾਵੇ। ਲੱਤਾਂ ਬਾਹਾਂ ਕੰਬੀ ਜਾਣ, ਧਾਹਾਂ ਨਿਕਲੀ ਜਾਣ। ਅਗਾਂਹ ਕਿਸੇ ਸਕੀਰੀ 'ਚ ਰਹਿਣਾ ਸੀ, ਪਿੰਡ ਵੀ ਨਾ ਪਹੁੰਚ ਸਕੀਏ। ਜਾ ਜਾਂਦੀਏ, ਹੁਣ ਕੀ ਕਰੀਏ। ਅਸੀਂ ਦੋਵਾਂ ਨੇ ਸਲਾਹ ਬਣਾਈ, ਮੈਂ ਤੇ ਹਰੀ ਨੇ। ਸਰ ਦੇ ਬੂਟੇ ਨਾਲ ਪੁੱਤ ਹੱਥਾਂ ਨਾਲ ਟੋਆ ਪੁੱਟਿਆ ਤੇ ਚੰਦ ਨੂੰ ਵਿੱਚ ਧਰ ਕੇ ਮਿੱਟੀ ਨਾਲ ਦੱਬ ਦਿੱਤਾ। ਹਰੀ ਨੇ ਉੱਥੋਂ 2 ਕੁ ਮੋੜੀਆਂ ਚੁੱਕ ਕੇ ਉੱਤੇ ਰੱਖ ਦਿੱਤੀਆਂ। ਬਸ ਪੁੱਤ ਜਿਉਣ ਜੋਗ ਰਿਹਾ। ਜਿੱਦੇ ਦੀ ਚੰਦ ਨੂੰ ਸਰ ਦੇ ਬੂਟੇ ਥੱਲੇ ਦੱਬ ਕੇ ਆਈ ਹਾਂ, ਉਦੋਂ ਦੇ ਹੀ ਸਾਰਿਆਂ ਦੇ ਬੱਚੇ ਮੈਨੂੰ ਚੰਦ ਵਰਗੇ ਹੀ ਲੱਗਦੇ ਨੇ। ਫੇਰ ਬੀਰੋ ਦਾਈ ਆਪਣੀਆਂ ਅੱਖਾਂ ਦੇ ਮੋਟੇ ਹੰਝੂ ਸਿਰ ਦੀ ਚੁੰਨੀ ਨਾਲ ਬੋਚ ਲੈਂਦੀ ਤੇ ਡੰਗੋਰੀ ਸਾਂਭਦੀ ਤੁਰ ਪੈਂਦੀ। ਇਹ ਤੇ ਸੀ ਲੋਕ ਪੈੜਾਂ ਦਾ ਦੂਸਰਾ ਪਾਤਰ ਬੀਰੋ ਦਾਈ। ਤੁਹਾਨੂੰ ਇਹ ਪਾਤਰ ਕਿਵੇਂ ਲੱਗਿਆ? ਤੁਹਾਡੇ ਭਰਪੂਰ ਹੁੰਗਾਰੇ ਦੀ ਆਸ ਦੇ ਨਾਲ ਹੁਣ ਤੁਹਾਡੀ ਖਾਦਮ ਅੰਮ੍ਰਿਤਪਾਲ ਕਲੇਰ ਤੁਹਾਡੇ ਤੋਂ ਇਜਾਜ਼ਤ ਲਵੇਗੀ। ਸਦਾ ਖੁਸ਼ ਰਹੋ।